ਆਤਮ ਮਾਰਗ ਨਾਮ ਸਿਮਰਨ। ਸੰਤ ਜੀ ਮਹਾਰਾਜ ਦੀ ਜੀਵਨ ਕਥਾ ਵਿੱਚ ਨਾਮ ਜਪਣ ਤੇ ਜਪਾਉਣ ਦਾ ਬਹੁਤ ਜ਼ਿਕਰ ਆਉਂਦਾ ਹੈ। ਸੋਢੀ ਸੁਲਤਾਨ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਮਹਾਰਾਜ ਵੀ ਸਿੱਖ ਵਾਸਤੇ ਹੁਕਮ ਦਿੰਦੇ ਹਨ। ਮਹੱਲਾ ਚੌਥਾ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉਠ ਹਰ ਨਾਮ ਤੇ ਆਵੈ। ਉਦਮ ਕਰੇ ਭਲ ਕੇ ਪ੍ਰਭਾਤੀ, ਇਸਨਾਨ ਕਰੇ ਅੰਮ੍ਰਿਤ ਸਰ ਨਾਵੈ। ਉਪਦੇਸ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵੇਖ ਪਾਪ ਦੋਖ ਲਹਿ ਜਾਵੈ। ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਦਿਆ ਉੱਠਦਿਆ ਹਰ ਨਾਮ ਤੇ ਆਵੈ। ਜੋ ਸਾਸ ਗਿਰਾਸ ਤੇ ਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੈ। ਜਿਸਨੂੰ ਦਇਆਲ ਹੋਵੈ ਮੇਰਾ ਸੁਆਮੀ, ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੈ। ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਹਿ ਨਾਮ ਜਪਾਵੈ। ਪੱਛਮੀ ਵਿੱਦਿਆ ਤੇ ਮਾਦਾ ਪ੍ਰਸਤੀ ਦੇ ਚੱਕਰ, ਆਪਣੇ ਘਰ ਦੀ ਖੋਜ ਦੇ ਘਾਟੇ ਅਤੇ ਗੁਰਮੁਖਾਂ ਦੀ ਸੰਗਤ ਦੇ ਨਾ ਹੋਣ ਕਰਕੇ ਖਾਲਸਾ ਜੀ ਵਿੱਚ ਨਾਮ ਸਿਮਰਨ ਦਾ ਪ੍ਰਭਾਵ ਬਹੁਤ ਹੀ ਘਟ ਗਿਆ ਹੈ। ਨਿਰਾ ਘਟਿਆ ਹੀ ਨਹੀਂ, ਥਾਂ ਥਾਂ ਪ੍ਰੇਮੀ ਨਾਮ ਜਪਣ ਨੂੰ ਇਹ ਟੀਚਰ ਕਰਦੇ ਸੁਣੀਂਦੇ ਹਨ। ਭਾਈ ਰੱਬ ਕੋਈ ਬੋਲਾ ਹੈ ਜਾਂ ਖੁਸ਼ਾਮਦੀ ਹੈ ਕਿ ਵਾਹਿਗੁਰੂ ਵਾਹਿਗੁਰੂ ਆਖ ਕੇ ਉਸ ਨੂੰ ਸੁਣਾਈਏ ਅਤੇ ਰਜਾਈਏ। ਬੜੇ ਸ਼ੌਕ ਦੀ ਗੱਲ ਤਾਂ ਇਹ ਹੈ ਕਿ ਉਹਨਾਂ ਗੁਰਧਾਮਾਂ ਦੇ ਸੇਵਾਦਾਰਾਂ ਵਿੱਚ ਜਿੱਥੇ ਕਿ ਸਾਰੀ ਸ੍ਰਿਸ਼ਟੀ ਵਾਸਤੇ ਨਾਮ ਦਾ ਪ੍ਰਕਾਸ਼ ਹੋਣਾ ਹੈ, ਇਹ ਟਿਚਰੀ ਸੁਭਾਅ ਘਰ ਕਰਦਾ ਜਾਪਦਾ ਹੈ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਜਪਜੀ ਸਾਹਿਬ ਦੀ 19ਵੀਂ ਪੌੜੀ ਵਿੱਚ ਸਿੱਧੇ ਸਾਦੇ ਅੱਖਰਾਂ ਵਿੱਚ ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ। ਭਰੀਐ ਮਤ ਪਾਪਾ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਨਾਮ ਜਪਣ ਦੀ ਲੋੜ ਅਤੇ ਉਸ ਦਾ ਫਲ ਸਪਸ਼ਟ ਤੌਰ ਤੇ ਜੀ ਮਾਤਰ ਲਈ ਦੱਸਦੇ ਹਨ ਕਿ ਹੇ ਪ੍ਰੇਮੀਆਂ, ਨਾਮ ਕਿਸੇ ਦੇ ਸੁਣਾਉਣ ਵਾਸਤੇ ਨਹੀਂ ਜਪੀਦਾ। ਅੰਤਰਜਾਮੀ ਤਾਂ ਅੱਗੇ ਹੀ ਤੇਰੇ ਵਿੱਚ ਬੈਠਾ ਹੈ। ਇਹ ਤਾਂ ਤੇਰੇ ਅੰਤःਕਰਣ ਦੀ ਮੈਲ ਲਾਉਣ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਤੈਨੂੰ ਇੱਕ ਅਰਸ਼ੀ ਸਾਬਣ ਬਖਸ਼ਿਆ ਹੈ। ਜਿਸ ਤਰ੍ਹਾਂ ਕਿ ਇੱਕ ਸੁਘੜ ਸੁਜੱਜੀ ਮਾਈ ਆਪਣੇ ਬੱਚੇ ਦੇ ਮੂਤ ਆਦਿਕ ਨਾਲ ਗੰਦੇ ਹੋਏ ਪੋਤੜੇ ਤੇ ਥੋੜ੍ਹਾ ਥੋੜ੍ਹਾ ਜਲ ਪਾ ਕੇ ਸਾਬਣ ਨਾਲ ਰਗੜਦੀ ਹੈ। ਜਦ ਪੋਤੜੀ ਦੀ ਮੈਲ ਉਗਲ ਆਉਂਦੀ ਹੈ, ਫਿਰ ਇਸ ਨੂੰ ਖੁੱਲ੍ਹੇ ਜਲ ਵਿੱਚ ਹੰਗਾਲ ਲੈਂਦੀ ਹੈ ਅਤੇ ਇਸ ਤਰ੍ਹਾਂ ਕਈ ਵਾਰੀ ਰਗੜ ਕੇ ਤੇ ਹੰਗਾਲ ਕੇ ਪੋਤੜੇ ਨੂੰ ਚਿੱਟਾ ਜਾਨੇ ਸਫੇਦ ਕਰ ਲੈਂਦੀ ਹੈ। ਇਸੇ ਤਰ੍ਹਾਂ ਹੀ ਹੇ ਜਗਿਆਸੂ, ਤੂੰ ਆਪਣੇ ਮਲੀਨ ਹੋਏ ਅੰਤःਕਰਣ ਨੂੰ ਸਤਿਗੁਰੂ ਦੇ ਬਖਸ਼ੇ ਹੋਏ ਵਾਹਿਗੁਰੂ ਨਾਮ ਦੇ ਸਾਬਣ ਨਾਲ ਰਗੜਨਾ ਹੈ ਅਤੇ ਉਗਲੀ ਹੋਈ ਮੈਲ ਨੂੰ ਗੁਰੂ ਨਾਨਕ ਸਾਹਿਬ ਦੇ ਚਰਨ ਫੜ ਕੇ ਬੇਨਤੀ ਦੇ ਖੁੱਲ੍ਹੇ ਜਲ ਵਿੱਚ ਹੰਗਾਲਣਾ ਹੈ। ਜੇ ਤੂੰ ਹਿੰਮਤ ਕਰਕੇ ਲੱਗਾ ਰਹੇਗਾ ਤਾਂ ਇੱਕ ਦਿਨ ਤੂੰ ਵੀ ਆਪਣੇ ਅੰਤःਕਰਣ ਦੇ ਮਲੀਨ ਪੋਤੜੇ ਨੂੰ ਚਿੱਟਾ ਜਾਨੇ ਸਫੇਦ ਕਰ ਲਵੇਂਗਾ। ਇੱਥੇ ਇਹ ਗੱਲ ਸਪਸ਼ਟ ਕਰਨ ਦੀ ਲੋੜ ਹੈ ਕਿ ਸਾਡਾ ਅੰਤঃਕਰਣ ਕਿਸ ਤਰ੍ਹਾਂ ਮੈਲਾ ਹੋ ਜਾਂਦਾ ਹੈ। ਇੱਕ ਨਵੀਂ ਚਿੱਟੀ ਖੁੰਭ ਕੀਤੀ ਹੋਈ ਚਾਦਰ ਮੀਂਹ ਪੈਂਦੇ ਵਿੱਚ ਇੱਕ ਅਜਿਹੇ ਕੋਠੇ ਵਿੱਚ ਵਿਛਾ ਦੇਵੋ ਜਿਹੜਾ ਕਿ ਥੋੜ੍ਹਾ ਥੋੜ੍ਹਾ ਝੋਂਦਾ ਹੈ। ਚਾਦਰ ਤੇ ਪਾਣੀ ਦੇ ਟੇਪੇ ਪੈਂਦਿਆਂ ਪੈਂਦਿਆਂ ਇੱਕ ਸਮਾਂ ਆਵੇਗਾ ਕਿ ਸਾਰੀ ਚਾਦਰ ਮਿੱਟੀ ਰੰਗੀ ਹੋ ਜਾਵੇਗੀ। ਇਹ ਚਿੱਟੀ ਚਾਦਰ ਕਿਸ ਤਰ੍ਹਾਂ ਮਿੱਟੀ ਰੰਗੀ ਹੋ ਗਈ, ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਹਰ ਇੱਕ ਚੋਏ ਦੇ ਟੇਪੇ ਵਿੱਚ ਛੱਤ ਦੀ ਮਿੱਟੀ ਰਲੀ ਹੁੰਦੀ ਹੈ। ਜਿਉਂ-ਜਿਉਂ ਟੇਪੇ ਪੈਂਦੇ ਗਏ, ਇਹ ਮਿੱਟੀ ਚਾਦਰ ਦੀਆਂ ਤੰਦਾਂ ਵਿੱਚ ਘਰ ਕਰਦੀ ਗਈ ਅਤੇ ਸਮਾਂ ਪਾ ਕੇ ਸਾਰੀ ਚਾਦਰ ਮਿੱਟੀ ਰੰਗੀ ਹੋ ਗਈ। ਇਸੇ ਤਰ੍ਹਾਂ ਹੀ ਹਰ ਇੱਕ ਬੰਦੇ ਦਾ ਅੰਤःਕਰਣ ਪਹਿਲਾਂ ਚਿੱਟੀ ਚਾਦਰ ਵਾਂਗਣ ਮਲ ਤੋਂ ਖਾਲੀ ਬਿਲਕੁਲ ਸਫੇਦ ਹੁੰਦਾ ਹੈ। ਫਿਰ ਜਿਹੜੇ ਕਰਮ ਜਾਂ ਦ੍ਰਿੜ ਸੰਕਲਪ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦੇ ਆਸਰੇ ਜੀਵ ਕਰਦਾ ਹੈ, ਉਹਨਾਂ ਦੀ ਮੈਲ ਚੋਏ ਦੇ ਟੇਪਿਆਂ ਵਾਂਗਣ ਹੌਲੀ ਹੌਲੀ ਅੰਤःਕਰਣ ਮਲੀਨ ਕਰ ਦਿੰਦੀ ਹੈ।
ਅਤੇ ਇੱਕ ਦਿਨ ਅੰਤःਕਰਣ ਉੱਕਾ ਹੀ ਇਸ ਮੈਲੀ ਰੰਗਣ ਵਿੱਚ ਰੰਗਿਆ ਜਾਂਦਾ ਹੈ। ਇਸ ਮਲ ਨੂੰ ਵਾਹਿਗੁਰੂ ਗੁਰਮੰਤਰ ਕੱਟ ਦਿੰਦਾ ਹੈ। ਵਾਹਿਗੁਰੂ ਗੁਰਮੰਤਰ ਹੈ, ਜਪ ਹਉ ਮੈਂ ਖੋਈ। ਕਈ ਪ੍ਰੇਮੀ ਇੱਥੇ ਆ ਕੇ ਇਹ ਸਵਾਲ ਕਰਦੇ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰਾਮ, ਹਰੀ, ਗੋਬਿੰਦ, ਸਤਨਾਮ, ਅੱਲਾ ਆਦਿਕ ਪਰਮੇਸ਼ਵਰ ਦੇ ਕਈ ਨਾਮ ਆਉਂਦੇ ਹਨ। ਅਸੀਂ ਕੀ ਜਾਣੀਏ ਗੁਰਮੰਤਰ ਕਿਹੜਾ ਹੈ? ਪੱਟਾਂ ਦੇ ਸਵਈਏ ਵਿੱਚ ਸਤ ਸਾਚ ਸ੍ਰੀ ਨਿਵਾਸ, ਆਦਿ ਪੁਰਖ ਸਦਾ ਤੁਹੀ। ਵਾਹਿਗੁਰੂ 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 ਵਾਹਿ ਜੀਓ। ਸਪਸ਼ਟ ਤੌਰ ਤੇ ਲਿਖਿਆ ਹੈ। ਆਸਾ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਨੇ ਗੁਰਮੰਤਰ ਨੂੰ ਜੁਗਤ ਨਾਲ ਪ੍ਰਗਟ ਕੀਤਾ ਹੈ। ਵੇ ਮੁਹਤਾਜਾ ਵੇ ਪਰਵਾਹੋ, ਨਾਨਕ ਦਾਸ ਕਹੋ ਗੁਰਵਾਹੋ। ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਭਾਈ ਸਾਹਿਬ ਲਿਖਦੇ ਹਨ, ਵਾਹਿਗੁਰੂ ਗੁਰਮੰਤਰ ਹੈ, ਜਪ ਹਉ ਮੈਂ ਖੋਈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਬ ਲੋਹ ਗ੍ਰੰਥ ਵਿੱਚ ਆਪਣੀ ਸ਼੍ਰੀ ਮੁਖਵਾਕ ਬਾਣੀ ਵਿੱਚ ਲਿਖਦੇ ਹਨ, ਭਇਓ ਨਿਸਤਾਰ ਅਸੁਰਨ ਸੇ, ਤਾਰ ਲਿਏ ਗੁਰ ਜਗਤ ਸਬੈ। ਸ਼ਾਹ ਗੋਬਿੰਦ ਸਿੰਘ ਫਤਿਹ ਸਤਿਗੁਰ ਕੀ, ਵਾਹਿਗੁਰੂ ਵਾਹਿਗੁਰੂ ਸਚ ਮੰਤਰ ਅਖਿਐ। ਨਾਲ ਹੀ ਅਰਥ ਵਿਚਾਰ ਕਰਕੇ ਜਿੰਨੇ ਪਰਮੇਸ਼ਵਰ ਦੇ ਨਾਮ ਹਨ ਉਹ ਈਸ਼ਵਰ ਦੀ ਕਿਸੇ ਨਾ ਕਿਸੇ ਸਿਫਤ ਦੇ ਵਾਚਕ ਹਨ। ਰਾਮ ਸਭ ਵਿੱਚ ਰਮਿਆ ਹੋਇਆ ਹੈ। ਹਰੀ ਪਾਪਾਂ ਦੇ ਹਰਨ ਵਾਲਾ ਜਾਂ ਮਨ ਨੂੰ ਹਰਿਆ ਕਰਨ ਵਾਲਾ। ਸਾਰੇ ਨਾਮ ਕਿਸੇ ਇੱਕ ਸਿਫਤ ਨੂੰ ਜਪਣ ਵਾਲੇ ਦੇ ਹਿਰਦੇ ਵਿੱਚ ਵਸਾਉਂਦੇ ਹਨ। ਪਰ ਜਿਸ ਵੇਲੇ ਸਿੱਖ ਪੂਰੇ ਪ੍ਰੇਮ ਨਾਲ ਵਾਹ ਸ਼ਬਦ ਉਚਾਰਦਾ ਹੈ ਤਾਂ ਤੂੰ ਅਸਚਰਜ, ਤੂੰ ਬੇਅੰਤ ਹੈ, ਇਸ ਦੇ ਹਿਰਦੇ ਵਿੱਚ ਆ ਵਸਦਾ ਹੈ ਅਤੇ ਇੱਕ ਖਾਸ ਵਿਸਮਾਦ ਰੰਗ ਵਿੱਚ ਸਾਰੀਆਂ ਸਿਫਤਾਂ ਦਾ ਪ੍ਰਭਾਵ ਰੋਮ ਰੋਮ ਵਿੱਚ ਰਮ ਜਾਂਦਾ ਹੈ। ਤੂੰ ਅਚਰਜ ਕੁਦਰਤ ਤੇਰੀ ਵਿਸਮਾ। ਸੋ ਅਰਥ ਵਿਚਾਰ ਕਰਕੇ ਵੀ ਵਾਹਿਗੁਰੂ ਗੁਰਮੰਤਰ ਸਭ ਤੋਂ ਅਧਿਕ ਤਾਕਤ ਵਾਲਾ ਹੈ। ਵਾਹੋ ਤੂੰ ਬੇਅੰਤ, ਗੂ ਅੰਧੇਰਾ, ਰੂ ਪ੍ਰਕਾਸ਼, ਜਾਣੇ ਅਗਿਆਨ ਦੇ ਅੰਧੇਰੇ ਨੂੰ ਦੂਰ ਕਰਨ ਵਾਲਾ। ਇਸ ਲਈ ਵਾਹਿਗੁਰੂ ਗੁਰਮੰਤਰ ਸਭ ਤੋਂ ਸ੍ਰੇਸ਼ਟ ਹੈ। ਈਸ਼ਵਰ ਦੇ ਸਾਰੇ ਗੁਣ ਇਸ ਵਿੱਚ ਆ ਜਾਂਦੇ ਹਨ ਅਤੇ ਜੇ ਪੂਰੀ ਜੁਗਤ ਅਤੇ ਨਿਸ਼ਚੈ ਨਾਲ ਜਪਿਆ ਜਾਵੇ ਤਦ ਪਹਿਲਾਂ ਤਾਂ ਅੰਤःਕਰਣ ਦੀ ਮਲ ਦੂਰ ਹੁੰਦੀ ਹੈ, ਫਿਰ ਪ੍ਰੇਮ ਦੀ ਰੰਗਣ ਚੜ੍ਹਨੀ ਸ਼ੁਰੂ ਹੋ ਜਾਂਦੀ ਹੈ। ਸਮਾਂ ਪਾ ਕੇ ਪ੍ਰੇਮ ਦਾ ਨਸ਼ਾ ਇੰਨਾ ਵੱਧ ਜਾਂਦਾ ਹੈ ਕਿ ਸਰੀਰ ਜਾਣੇ ਨਾਮ ਰੂਪ ਦਾ ਅਭਾਵ ਹੋ ਜਾਂਦਾ ਹੈ ਅਤੇ ਹਰ ਰੰਗ ਵਿੱਚ ਪਿਆਰਾ ਹੀ ਪਿਆਰਾ ਨਜ਼ਰ ਆਉਣ ਲੱਗ ਪੈਂਦਾ ਹੈ। ਬ੍ਰਹਮ ਦਿਸੈ ਬ੍ਰਹਮ ਸੁਣੀਐ, ਏਕ ਏਕ ਵਖਾਣੀਐ। ਆਤਮ ਪਸਾਰਾ ਕਰਨ ਹਾਰਾ, ਪ੍ਰਭ ਬਿਨਾ ਨਹੀਂ ਜਾਣੀਐ। ਆਮ ਤੌਰ ਤੇ ਨਾਮ ਜਪਣ ਦੀ ਜੁਗਤ ਮਹਾਂਪੁਰਖਾਂ ਗੁਰਸਿੱਖਾਂ ਵਿੱਚ ਸੀਨਾ ਬਸੀਨਾ ਚੱਲੀ ਆਉਂਦੀ ਹੈ। ਪਰ ਦਾਸ ਨੂੰ 2 ਜਗ੍ਹਾ ਲਿਖਤ ਵਿੱਚ ਵੀ ਇਹ ਜੁਗਤ ਨਜ਼ਰ ਆਈ ਹੈ। 100 ਸਾਖੀ ਵਿੱਚ ਜਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਾਤਾ ਜੀਤੋ ਜੀ ਤੇ ਤੁਰਠਦੇ ਹਨ ਤਦ ਮਾਤਾ ਜੀ ਨੂੰ ਦੱਸਦੇ ਹਨ ਕਿ ਜੀਭ ਦੀ ਟੀਸੀ ਜ਼ੋਰ ਨਾਲ ਤਾਲੂ ਨੂੰ ਲੱਗੇ ਅਤੇ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਕਰਦੀ ਰਹੇ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਸ਼ਹੀਦ ਗਿਆਨੀ, ਜਿਨ੍ਹਾਂ ਨੇ ਦਸ਼ਮੇਸ਼ ਪਿਤਾ ਪਾਸੋਂ ਆਦ ਤੋਂ ਲੈ ਕੇ ਭੋਗ ਤੀਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਸੁਣੀ ਅਤੇ ਨਾਮ ਜਪਣ ਦੀ ਜੁਗਤ ਵੀ ਸਿੱਖਿਆ ਦਾਤਾ ਸਤਿਗੁਰੂ ਸੱਚੇ ਪਾਤਸ਼ਾਹ ਕੋਲੋਂ ਸਿੱਖੀ। ਭਾਈ ਗੁਰਦਾਸ ਜੀ ਦੀ 11ਵੀਂ ਵਾਰ ਦੇ ਟੀਕੇ ਸਿੱਖਾਂ ਦੀ ਭਗਤ ਮਾਲਾ ਸਿੰਘਾਂ ਦੇ ਗੱਜਣ ਦੀ ਸਾਖੀ ਵਿੱਚ ਲਿਖਦੇ ਹਨ, ਦਿਨੇ ਆਪਣੀ ਕਿਰਤ ਵੀ ਕਰਨ ਤੇ ਸਵਾਸ ਤਲੇ ਜਾਵੇ ਤਾਂ ਵਾਹੇ ਉਚਾਰਨ ਤੇ ਜਦ ਸਵਾਸ ਉੱਪਰ ਆਵੇ ਤਾਂ ਗੁਰੂ ਦਾ ਉਚਾਰਨ ਕਰਨ। ਸੋ ਪਿਛਲੀ ਲਿਖਤ ਅਤੇ ਮਹਾਂਪੁਰਖਾਂ ਤੋਂ ਸੁਣੀ ਜੁਗਤ ਤੋਂ ਸਪਸ਼ਟ ਹੈ ਕਿ ਨਾਮ ਜਪਣ ਦੇ ਦ੍ਰਿਸ਼ਟਮਾਨ ਵਿੱਚ 3 ਤਰੀਕੇ ਹਨ। ਨੰਬਰ 1, ਹੋਠਾਂ ਨਾਲ ਹੋਠ ਅਤੇ ਜਿੱਬਾ ਹੌਲੀ ਹੌਲੀ ਹਿਲਦੇ ਰਹਿਣ ਅਤੇ ਵਾਹਿਗੁਰੂ ਵਾਹਿਗੁਰੂ ਦਾ ਇੱਕ ਰਸ ਉਚਾਰਨ ਕਰੀ ਜਾਣਾ। ਨੰਬਰ 2,
ਜੀਭ ਦੀ ਟੀਸੀ ਤਾਲੂ ਨਾਲ ਦੱਬ ਕੇ ਲੱਗੇ ਅਤੇ ਹੌਲੀ-ਹੌਲੀ ਵਾਹਿਗੁਰੂ ਉਚਾਰੀ ਜਾਵੇ। ਨੰਬਰ 3, ਸਵਾਸ ਅੰਦਰ ਖਿੱਚੀਏ ਤਾਂ ਵਾਹੇ ਨਾਲ ਜਾਵੇ, ਜਦ ਸਵਾਸ ਬਾਹਰ ਆਵੇ ਤਦ ਗੁਰੂ ਨਾਲ ਆਵੇ। ਨੰਬਰ 4, ਚੌਥੀ ਪੌੜੀ ਬੇਅੰਤ ਅਭਿਆਸ ਦੇ ਮਗਰੋਂ ਆਪੇ ਹੀ ਆ ਜਾਂਦੀ ਹੈ। ਇਸ ਵਿੱਚ ਸ਼ਬਦ ਤੇ ਸੁਰਤ ਇੱਕ ਹੋ ਜਾਂਦੇ ਹਨ ਅਤੇ ਪ੍ਰਾਣੀ ਦਾ ਰੋਮ ਰੋਮ ਸਹਿਜੇ ਹੀ ਨਾਮ ਜਪੀ ਜਾਂਦਾ ਹੈ। ਫਿਰ ਇਹ ਦਸ਼ਾ ਆ ਜਾਂਦੀ ਹੈ। ਉਰ ਧਾਰੈ ਜੋ ਅੰਤਰ ਨਾਮ, ਸਰਬ ਮੈਂ ਪੇਖੈ ਭਗਵਾਨ। ਨਿਮਖ ਨਿਮਖ ਠਾਕੁਰ ਨਮਸਕਾਰੈ, ਨਾਨਕ ਉਹ ਪਰਸ ਸਗਲ ਨਿਸਤਾਰੈ। ਪਰ ਇਹਨਾਂ ਸਾਰੀਆਂ ਨਾਮ ਜਪਣ ਦੀਆਂ ਪੌੜੀਆਂ ਵਿੱਚ ਅਤੀ ਲੋੜੀਂਦੀ ਗੱਲ ਇਹ ਹੈ ਕਿ ਨਾਮ ਹਜ਼ੂਰੀ ਵਿੱਚ ਜਪਿਆ ਜਾਵੇ। ਗੌਂਡ ਮਹੱਲਾ ਪੰਜਵਾ। ਗੁਰ ਕੀ ਮੂਰਤ ਮਨ ਮਹਿ ਧਿਆਨ, ਗੁਰ ਕੈ ਸ਼ਬਦ ਮੰਤਰ ਮਨ ਮਾਨ। ਗੁਰ ਕੇ ਚਰਨ ਹਿਰਦੈ ਲੈ ਤਾਰੋ, ਗੁਰ ਪਾਰ ਬ੍ਰਹਮ ਸਦਾ ਨਮਸਕਾਰੋ। ਮਤ ਕੋ ਭਰਮ ਭੁਲੈ ਸੰਸਾਰ, ਗੁਰ ਬਿਨ ਕੋਇ ਨ ਉਤਰਸ ਪਾਰ। ਰਹਾਉ ਭੂਲੇ ਕੋ ਗੁਰ ਮਾਰਗ ਪਾਇਆ, ਅਵਰ ਤਿਆਗ ਹਰ ਭਗਤੀ ਲਾਇਆ। ਜਨਮ ਮਰਨ ਕੀ ਤਰਾਸ ਮਿਟਾਈ, ਗੁਰ ਪੂਰੇ ਕੀ ਬੇਅੰਤ ਵਡਾਈ। ਗੁਰ ਪ੍ਰਸਾਦ ਊਰਦ ਕਮਲ ਵਿਗਾਸ, ਅੰਧਕਾਰ ਮਹਿ ਭਇਆ ਪਰਗਾਸ। ਜਿਨ ਕੀਆ ਸੋ ਗੁਰ ਤੇ ਜਾਣਿਆ, ਗੁਰ ਕਿਰਪਾ ਤੇ ਮੁਗਧ ਮਨ ਮਾਨਿਆ। ਗੁਰ ਕਰਤਾ ਗੁਰ ਕਰਨੈ ਜੋਗ, ਗੁਰ ਪਰਮੇਸ਼ਰ ਹੈ ਭੀ ਹੋਗ। ਕਹੋ ਨਾਨਕ ਪ੍ਰਭ ਇਹ ਜਨਾਈ, ਬਿਨ ਗੁਰ ਮੁਕਤ ਨਾ ਪਾਈਐ ਭਾਈ। ਗੁਰ ਮੂਰਤ ਗੁਰ ਸ਼ਬਦ ਹੈ, ਵਾਰਾਂ ਭਾਈ ਗੁਰਦਾਸ ਜੀ। ਨਾਨਕ ਗੁਰ ਗੋਬਿੰਦ ਸਿੰਘ ਪੂਰਨ ਗੁਰ ਅਵਤਾਰ, ਜਗਮਗ ਜੋਤ ਬਿਰਾਜ ਰਹੀ, ਸ੍ਰੀ ਅਵਚਲ ਨਗਰ ਮਝਾਰ। ਇਸ ਤਰ੍ਹਾਂ ਜੇ ਪ੍ਰਾਣੀ ਹਰ ਵੇਲੇ ਨਾਮ ਸਿਮਰਨ ਵਿੱਚ ਜੁੜਿਆ ਰਹੇ, ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਤਦ ਇੱਕ ਦਿਨ ਰੋਮ ਰੋਮ ਵਿੱਚ ਵਾਹਿਗੁਰੂ ਵਾਹਿਗੁਰੂ ਰਮ ਜਾਂਦਾ ਹੈ ਅਤੇ ਹਿਰਦੇ ਵਿੱਚ ਸਤਿਗੁਰੂ ਨਾਨਕ ਆ ਵਸਦਾ ਹੈ। ਮੁਖ ਤੋਂ ਵੀ ਹਰ ਵੇਲੇ ਦੁੱਖ ਸਮੇਂ ਅਥਵਾ ਸੁਖ ਸਮੇਂ ਧੰਨ ਗੁਰੂ ਨਾਨਕ ਹੀ ਨਿਕਲਦਾ ਹੈ। ਆਪਾ ਭਾਵ ਗਵਾਚ ਜਾਂਦਾ ਹੈ ਅਤੇ ਸਭ ਵਿੱਚ ਇੱਕ ਆਪਾ ਹੀ ਦਿਸਣ ਲੱਗ ਪੈਂਦਾ ਹੈ। ਇੱਥੇ ਇਹ ਗੱਲ ਦੱਸਣ ਦੀ ਬੜੀ ਲੋੜ ਹੈ ਕਿ ਪਹਿਲੇ 2-4 ਸਾਲ ਜ਼ਰੂਰ ਹੀ ਜਗਿਆਸੂ ਰਸਨਾ ਨਾਲ ਜਪੇ। ਰਸਨਾ ਜਪੈ ਨਾ ਨਾਮ, ਤਿਲ ਤਿਲ ਕਰ ਕੱਟੀਐ। ਫਿਰ ਸਵਾਸ ਦੀ ਪੌੜੀ ਨੂੰ ਲੱਗ ਜਾਵੇ। ਏਕਾਂਤ ਅੰਮ੍ਰਿਤ ਵੇਲੇ ਅਤੇ ਸੌਣ ਤੋਂ ਪਹਿਲਾਂ ਸਵਾਸਾਂ ਦੁਆਰਾ ਨਾਮ ਜਪੇ ਅਤੇ ਤੁਰਦਿਆਂ ਫਿਰਦਿਆਂ ਰਸਨਾ ਨਾਲ ਫਿਰ ਹਰ ਵੇਲੇ ਸਵਾਸਾਂ ਨਾਲ ਹੀ ਜਪੀ ਜਾਵੇ। ਜਿਨਾ ਸਾਸ ਗਿਰਾਸ ਨ ਵਿਸਰੈ, ਹਰ ਨਾਮਾ ਮਨ ਮੰਤ। ਤਨ ਸੇ ਸੇਈ ਨਾਨਕਾ, ਪੂਰਨ ਸੋਈ ਸੰਤ। ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੈ। ਗੁਰਮੁਖ ਅਥਵਾ ਗੁਰਸਿੱਖ ਦੀ ਸੰਗਤ ਦੀ ਸਦਾ ਹੀ ਲੋੜ ਹੈ। ਉਂਝ ਤਾਂ ਹੁਕਮ ਰਜ਼ਾ ਦਾ ਬੇਤਾਰ ਚੱਕਰ ਹਰ ਵੇਲੇ ਹਰ ਇੱਕ ਪ੍ਰਾਣੀ ਮਾਤਰ ਵਾਸਤੇ ਚੱਲਦਾ ਰਹਿੰਦਾ ਹੈ, ਪਰ ਸਾਡਾ ਰਿਸੀਵਰ ਜਾਣੇ ਅੰਤःਕਰਨ ਜੰਗਾਲਿਆ ਹੋਇਆ ਹੁੰਦਾ ਹੈ, ਬੇਤਾਰ ਤਾਰ ਨੂੰ ਲੈ ਨਹੀਂ ਸਕਦਾ। ਗੁਰਮੁਖ ਦਾ ਰਿਸੀਵਰ ਸ਼ੁੱਧ ਅਤੇ ਸਾਫ਼ ਹੁੰਦਾ ਹੈ।
ਇਸ ਵਿੱਚ ਹਰ ਇੱਕ ਹਿਰਦੇ ਦੀ ਤਾਰ ਦਾ ਪੂਰਾ ਅਤੇ ਸ਼ੁੱਧ ਅਕਸ ਪੈ ਜਾਂਦਾ ਹੈ। ਗੁਰਮੁਖ ਦਸ਼ਾ ਅਨੁਸਾਰ ਜਗਿਆਸੂ ਨੂੰ ਨਾਮ ਜਪਣ ਦੀ ਯੋਗ ਪੌੜੀ ਦੱਸਦਾ ਹੈ। ਕਈ ਜਗਿਆਸੂ ਪਿਛਲੇ ਜਨਮਾਂ ਦੇ ਅਭਿਆਸੀ ਹੋਣ ਕਰਕੇ ਪਹਿਲਾਂ ਹੀ ਸਵਾਸ ਗਿਰਾਸ ਦੀ ਪੌੜੀ ਲੱਗ ਜਾਂਦੇ ਹਨ ਅਤੇ ਕਈਆਂ ਨੇ ਇਸ ਜਨਮ ਵਿੱਚ ਹੀ ਅਭਿਆਸ ਵਿੱਚ ਲੱਗਣਾ ਹੁੰਦਾ ਹੈ। ਉਹਨਾਂ ਵਾਸਤੇ ਪਹਿਲੀ ਪੌੜੀ ਤੋਂ ਸ਼ੁਰੂ ਕਰਨਾ ਹੀ ਯੋਗ ਹੈ। ਜਦ ਜਗਿਆਸੂ ਨਾਮ ਜਪਣਾ ਸ਼ੁਰੂ ਕਰਦਾ ਹੈ ਤਦ 3 ਵਿਘਨ ਇਸ ਦੇ ਸਾਹਮਣੇ ਆ ਖੜੇ ਹੁੰਦੇ ਹਨ। ਨੰਬਰ 1, ਨੀਂਦ ਆਉਂਦੀ ਹੈ। ਨੰਬਰ 2, ਚੌਂਕੜੀ ਮਾਰਨ ਨਾਲ ਸਰੀਰ ਥੱਕ ਜਾਂਦਾ ਹੈ। ਨੰਬਰ 3, ਮਨ ਦੌੜਨ ਲੱਗ ਪੈਂਦਾ ਹੈ। ਕਈ ਐਸੇ ਸੰਕਲਪ ਵਿਕਲਪ ਆਪ ਪ੍ਰਗਟ ਹੁੰਦੇ ਹਨ ਜਿਨ੍ਹਾਂ ਦਾ ਕਦੇ ਚਿੱਤ ਚੇਤਾ ਹੀ ਨਹੀਂ ਹੁੰਦਾ। ਨੀਂਦ ਦਾ ਮੁੱਢਲਾ ਇਲਾਜ ਤਾਂ ਠੰਡੇ ਪਾਣੀ ਨਾਲ ਇਸ਼ਨਾਨ ਹੈ। ਜੇਕਰ ਫੇਰ ਵੀ ਇਹ ਪ੍ਰੇਮਣ ਤੰਗ ਕਰੇ ਤਾਂ ਅੱਖਾਂ ਵਿੱਚ ਠੰਡੇ ਪਾਣੀ ਦੇ ਛਿੱਟੇ ਮਾਰੇ। ਜੇ ਇਸ ਤਰ੍ਹਾਂ ਵੀ ਨਾ ਦੂਰ ਹੋਵੇ ਤਦ ਖੜਾ ਹੋ ਜਾਵੇ ਅਤੇ ਥੋੜਾ ਚਿਰ ਟੁਰ ਫਿਰ ਕੇ ਅਭਿਆਸ ਕਰੇ, ਫਿਰ ਬੈਠ ਜਾਵੇ। ਦੂਸਰੇ ਵਿਘਨ ਦਾ ਇੱਕ ਹੀ ਇਲਾਜ ਹੈ। ਸਰੀਰ ਸਾਡਾ ਘੋੜਾ ਹੈ, ਇਸ ਨੂੰ ਅਸਾਂ ਸਿਰ ਚੜਾਇਆ ਹੋਇਆ ਹੈ। ਜਦ ਇਹ ਦੁੱਖ ਦੇਵੇ ਅਤੇ ਕੁਚਾਲੀ ਕਰੇ ਤਦ ਤਕੜੇ ਹੋ ਕੇ ਇਸ ਨੂੰ ਆਖੀਏ, ਭਲਿਆ ਲੋਕਾ, ਬਤੇਰਾ ਚਿਰ ਤੂੰ ਉਲਟਾ ਸਾਡੇ ਤੇ ਸਵਾਰੀ ਕਰ ਲਈ ਹੈ, ਹੁਣ ਤਕੜਾ ਹੋ ਜਾ, ਅਸਾਂ ਤੇਰੇ ਤੇ ਅਸਵਾਰ ਹੋਣਾ ਹੈ। ਜੇ ਹਿੰਮਤ ਕਰਾਂਗੇ ਤਦ ਥੋੜੇ ਦਿਨਾਂ ਵਿੱਚ ਹੀ ਇਹ ਬੇਲਗਾਮਾ ਟੱਟੂ ਕਾਬੂ ਆ ਜਾਵੇਗਾ। ਤੀਸਰਾ ਵਿਘਨ ਬਹੁਤ ਦੂਰ ਤੀਕਰ ਨਾਲ ਜਾਂਦਾ ਹੈ। ਸ਼ੁਰੂ ਵਿੱਚ ਤਾਂ ਬੜਾ ਹੀ ਭਿਆਨਕ ਰੂਪ ਧਾਰਦਾ ਹੈ, ਫਿਰ ਹੌਲੀ ਸੂਖਸ਼ਮ ਹੁੰਦਾ ਜਾਂਦਾ ਹੈ। ਇਸ ਦਾ ਮੁੱਢਲਾ ਇਲਾਜ ਤਾਂ ਸਤਿਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਹਿਰਦੇ ਵਿੱਚ ਵਸਾ ਘੁੱਟ ਕੇ ਚਰਨ ਫੜ ਕੇ ਬੇਨਤੀ ਕਰਨਾ ਹੈ, ਹੇ ਸੱਚੇ ਪਾਤਸ਼ਾਹ, ਮਾੜੇ ਹਾਂ ਚੰਗੇ ਹਾਂ ਤੇਰੇ ਹਾਂ, ਮਿਹਰ ਕਰ, ਸਾਡਾ ਮਨ ਆਪਣੇ ਚਰਨਾਂ ਵਿੱਚ ਲਾ ਲੈ। ਇਸ ਦੇ ਨਾਲ ਲੱਗਦੀ ਦੂਜੀ ਜੁਗਤੀ, ਮਨ ਨਾਲ ਸੱਥ ਮਨ ਨਾਲ ਝਗੜਾ, ਧਨ ਜੀਓ ਤੇ ਕੋ ਜਗ ਮੈਂ, ਮੁਖ ਤੇ ਹਰ ਚਿਤ ਮੈਂ ਜੁਧ ਵਿਚਾਰੈ, ਦੇਹ ਅਨਿਤ ਨਾ ਨਿਤ ਰਹੈ, ਜਿਸ ਨਾਵ ਚੜ੍ਹੈ ਪਵ ਸਾਗਰ ਤਾਰੈ। ਤੀਸਰਾ ਇਲਾਜ ਗੁਰੂ ਤੇਗ ਬਹਾਦਰ ਸਾਹਿਬ ਦੀ ਵੈਰਾਗਮਈ ਬਾਣੀ ਨਿਤਨੇਮ ਪੜ੍ਹਨਾ ਅਤੇ ਸਤਿਗੁਰੂ ਦੇ ਉਪਕਾਰ ਯਾਦ ਕਰਕੇ ਆਪਣੀ ਅਕਿਰਤ ਘਣਤਾ ਤੇ ਰੋਣਾ ਹੈ। ਐਸੇ ਵੈਰਾਗ ਦਾ ਇੱਕ ਅਥਰੂ ਜਨਮਾਂ ਜਨਮਾਂ ਦੀ ਮੈਲ ਧੋ ਦਿੰਦਾ ਹੈ। ਜਦ ਮਨ ਦੀ ਅਵਸਥਾ ਕੁਝ ਸੂਖਸ਼ਮ ਹੋ ਜਾਂਦੀ ਹੈ ਤਾਂ ਇਸ ਦਾ ਫੜਨਾ ਕੁਝ ਹੋਰ ਵੀ ਕਠਨ ਹੋ ਜਾਂਦਾ ਹੈ। ਇਸ ਦਾ ਇਲਾਜ ਇੱਕੋ ਹੀ ਹੈ, ਗੁਰਮੁਖਾਂ ਦੀ ਸੰਗਤ, ਆਤਮ ਵਿਚਾਰ ਅਤੇ ਸਾਧ ਸੰਗਤ ਦੇ ਹੁਕਮ ਵਿੱਚ ਨਿਰਮਾਣ, ਨਿਰੀਛਿਤ ਸੇਵਾ। ਇਸ ਤਰ੍ਹਾਂ ਜੇ ਦਮ ਪਕਾ ਕੇ ਅਥਕ ਹੋ ਕੇ ਸਤਿਗੁਰੂ ਜੀ ਦੀ ਸ਼ਰਨ ਲੈ ਕੇ ਗੁਰੂ ਦਾ ਸਿੱਖ ਲੱਗਾ ਰਹੇ ਤਦ ਇੱਕ ਦਿਨ ਇਹ ਮਨ ਦੇ ਪਹਿਲਵਾਨ ਨੂੰ, ਜਿਸ ਨੂੰ ਇਸ ਨੇ ਆਪਣੇ ਆਪ ਹੀ ਵਿਸ਼ੇ ਵਿਕਾਰ, ਭੋਗ, ਮਾਨ, ਅਪਮਾਨ ਦੀ ਖੁਰਾਕ ਦੇ ਕੇ ਪਾਲਿਆ ਹੋਇਆ ਹੈ, ਢਾ ਲੈਂਦਾ ਹੈ ਅਤੇ ਸਦਾ ਲਈ ਆਜ਼ਾਦ ਹੋ ਜਾਂਦਾ ਹੈ। ਮਨ ਜੀਤੈ ਜਗ ਜੀਤ, ਨਿਹਤੇ ਪੰਜ ਜੁਆਨ ਮੈਂ, ਗੁਰ ਥਾਪੀ ਦਿੱਤੀ ਕੰਡ ਜੀਓ। ਜੇ ਪ੍ਰੇਮੀ ਧਰਮ ਕਿਰਤ ਕਰਦਾ ਹੈ, ਵੰਡ ਛਕਦਾ ਹੈ, ਨਾਮ ਜਪਦਾ ਹੈ ਅਤੇ ਇਸ ਦੇ ਨਾਲ ਨਿਸ਼ਕਾਮ ਸੇਵਾ ਕਰਦਾ ਹੈ, ਉਸ ਦਾ ਮਨ ਖਿੜਿਆ ਹਰਿਆ ਬਾਗ ਹੋ ਜਾਂਦਾ ਹੈ ਅਤੇ ਅੰਦਰ ਪ੍ਰੇਮ ਭਰੀ ਪ੍ਰਭੂ ਦੇ ਮਿਲਾਪ ਦੀ ਤੀਬਰ ਖਿੱਚ ਪੈਦਾ ਹੋ ਜਾਂਦੀ ਹੈ। ਸਿਮਰਨ ਅਤੇ ਕੀਰਤਨ ਦੇ ਨਾਲ ਹੇਠ ਲਿਖੀਆਂ 4 ਗੱਲਾਂ ਅਮਲ ਕਰਨ ਨਾਲ ਜਗਿਆਸੂ ਦਾ ਆਤਮਿਕ ਜੀਵਨ ਜਾਗ ਪੈਂਦਾ ਹੈ ਅਤੇ ਹਰ ਰੰਗ ਵਿੱਚ ਕਾਦਰ ਆਪਣੀ ਕੁਦਰਤ ਵਿੱਚ ਨਜ਼ਰ ਆਉਣ ਲੱਗ ਪੈਂਦਾ ਹੈ। ਕਾਲ ਖਾਏ ਕਿਛ ਹੱਥ ਹੋ ਦੇ, ਨਾਨਕ ਰਾਹੋ ਪਛਾਣ ਹੈ ਸੇ, ਮਿੱਠਤ ਨੀਵੀ ਨਾਨਕਾ, ਗੁਣ ਚੰਗਿਆਈਆਂ ਤਤ, ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ, ਆਪ ਨੜੇ ਗਿਰੀਵਾਨ ਮਹਿ, ਸਿਰ ਨੀਵਾ ਕਰ ਦੇਖ। ਦਇਆ ਜਾਣੈ ਜੀ ਕੀ, ਕਿਛ ਪੁੰਨ ਦਾਨ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।